ਇਹ ਜਿਹੜੇ ਤੁਸੀਂ ਧਾਂਦਲੀ ਦੀ ਗੱਲ ਕਰਦੇ ਹੋ, ਇੱਕ ਤਾਂ ਉਹ ਲੋਕ ਸ਼ਿਕਾਰ ਦਾ ਇਹਦੇ ਵਿੱਚ ਹੋਏ ਨੇ ਜਿਨ੍ਹਾਂ ਨੇ ਪੈਸੇ ਲਾਏ ਨੇ, ਇੱਕ ਉਹ ਲੋਕ ਜਿਨ੍ਹਾਂ ਦੀ ਜ਼ਮੀਨ ਦੇ ਉੱਤੇ ਪ੍ਰੋਜੈਕਟ ਅਪਰੂਵ ਕਰਾ ਲਿਆ, ਉਹਨਾਂ ਨੂੰ ਪਤਾ ਹੀ ਨਹੀਂ ਇਸ ਚੀਜ਼ ਦਾ ਵੀ ਸਾਡੀ ਜ਼ਮੀਨ ਦੇ ਉੱਤੇ ਪ੍ਰੋਜੈਕਟ ਜਿਹੜਾ ਅਪਰੂਵ ਹੋ ਗਿਆ। ਜਿਹੜੇ ਸਹਿਮਤੀ ਪੱਤਰ ਤਿਆਰ ਕੀਤੇ ਗਏ ਉਹਨਾਂ ਤੇ ਜਾਲੀ ਸਾਈਨ ਕੀਤੇ ਗਏ, ਕਿਉਂਕਿ ਜਿਹੜੇ ਜ਼ਮੀਨ ਮਾਲਕ ਸੀ, ਜਿਹੜੇ ਹੁਣ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਰਹੇ ਨੇ, ਉਹ ਲੋਕ ਨੇ ਜਿਨ੍ਹਾਂ ਨੂੰ ਬਿਨਾਂ ਦੱਸੇ ਤੋਂ ਸਹਿਮਤੀ ਪੱਤਰ ਤਿਆਰ ਕਰਕੇ CLU ਲਿਆ ਜਾਂਦਾ, ਉਸ ਤੋਂ ਬਾਅਦ ਲਾਇਸੈਂਸ ਲਿਆ ਜਾਂਦਾ, ਰੇਰਾ ਦਾ ਨੰਬਰ ਲਿਆ ਜਾਂਦਾ। ਇਹ ਜਿਹੜੀ ਸਨਟੈਕ ਸਿਟੀ ਹੈ 43 ਕਿੱਲੇ ਇਹਦੇ ਨਾਲ ਲੱਗਦੇ ਇਹਨਾਂ ਨੇ ਪਹਿਲਾਂ ਲੈ ਲਏ ਸੀਗੇ। ਹੁਣ ਜਦੋਂ 100 ਕਿੱਲੇ ਆ ਪਿੱਛੇ ਵਾਲਾ ਨਾਲ ਲੱਗਦੀ ਜ਼ਮੀਨ ਕਿਸਾਨਾਂ ਦੀ ਹੈ, ਜਿੱਥੇ ਆ ਪਾਰਕ ਦਿਖਾਏ ਨੇ, ਸੜਕਾਂ ਦਿਖਾਈਆਂ ਨੇ, ਹੋਰ ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਜ਼ਰੂਰਤ ਹੁੰਦੀ ਆ ਉਹ ਦਿਖਾਈ ਗਈ ਹੈ। ਹੁਣ ਇਹਦੀ ਅਪਰੂਵਲ ਲੈਣ ਨਾਲ ਇਹਨਾਂ ਨੂੰ ਜਿੰਨਾ ਕਮਰਸ਼ੀਅਲ ਅੱਗੇ ਮਿਲ ਗਿਆ ਇਹਨਾਂ ਨੇ ਆਪਣੀ ਤੇ, ਕਿਉਂਕਿ ਲੇਆਊਟ ਪਲਾਨ ਤਾਂ ਆਪੇ ਤਿਆਰ ਕਰਾਉਣਾ, ਕਮਰਸ਼ੀਅਲ ਜਿਹੜਾ ਸਾਰਾ ਇਹਨਾਂ ਨੇ ਆਪਣੇ ਪ੍ਰਾਪਰਟੀ ਤੇ ਦਿਖਾ ਕੇ ਵੇਚਤਾ ਹੈ। ਸੋ ਅਥਾਰਟੀਜ਼ ਜਿਨ੍ਹਾਂ ਨੇ ਇਹ ਗ੍ਰਾਂਟ ਕੀਤਾ ਉਹ ਵੀ ਇਸ ਦੇ ਵਿੱਚ ਜ਼ਿੰਮੇਵਾਰ ਨੇ। ਉਹਨਾਂ ਦਾ ਰੋਲ ਵੀ ਜਿਹੜੇ ਵੱਡੇ ਬਿਗ ਫਿਸ਼ ਜਿਹੜੀ ਹੈ ਮਤਲਬ ਉਹ ਵੀ ਇਹਦੇ ਵਿੱਚ ਇਨਵੋਲਵ ਨੇ, ਜਿਹੜੇ ਗਮਾਡਾ ਪੁੱਡਾ ਐਡੀਆਂ ਅਥਾਰਟੀਜ਼ ਦੇ ਵੱਡੇ ਵੱਡੇ CTP ਹੈ ਜਿਹਨੇ ਅਪਰੂਵ ਕੀਤਾ। ਅਸੀਂ ਉਹ ਸਾਰਾ ਇਹ ਮੰਗਿਆ ਵੀ ਉਹਨਾਂ ਤੇ ਐਕਸ਼ਨ ਹੋਣਾ ਬਣਦਾ। ਕੰਪਨੀ ਦੇ ਪ੍ਰਮੋਟਰ ਉੱਥੇ ਸਟੇਟਮੈਂਟ ਦੇ ਰਹੇ ਇਨਵੈਸਟੀਗੇਸ਼ਨ ਏਜੰਸੀ ਕੋਲ ਕਿ ਅਸੀਂ ਇਹਨਾਂ ਦੀ ਜ਼ਮੀਨ ਛੱਡਣ ਲਈ ਤਿਆਰ ਹਾਂ, ਜਾਂ ਇਹ ਸਾਨੂੰ ਵੇਚ ਦੇਣ ਤਾਂ ਅਸੀਂ ਖਰੀਦਣ ਲਈ ਤਿਆਰ ਹਾਂ। ਆਪ ਵੇਚਦੇ ਨੇ 50 ਕਰੋੜ ਦਾ ਕਿੱਲਾ, ਇਹਨਾਂ ਨੂੰ ਆਫਰ ਕਰਦੇ ਨੇ 2 ਕਰੋੜ ਜਾਂ 4 ਕਰੋੜ। SSP ਮੋਹਾਲੀ ਨੇ ਕਹਿੰਦਾ ਜੀ ਆਪਾਂ ਇਨਵੈਸਟੀਗੇਸ਼ਨ ਫਿਰ ਕਰਾਉਂਦੇ ਹਾਂ। SP ਦੀ ਕਰੀ ਹੋਈ ਇਨਵੈਸਟੀਗੇਸ਼ਨ DSP ਖਰੜ ਨੂੰ ਮਾਰਕ ਕਰਤੀ। ਹੁਣ ਤੁਸੀਂ ਦੱਸੋ, SP ਨੇ ਜੋ ਇੱਕ ਵਾਰ ਲਿਖਤੀ ਇਨਕੁਆਇਰੀ ਰਿਪੋਰਟ, DSP ਦਾ ਰੈਂਕ 'ਚ ਛੋਟੇ ਨੇ, ਉਹ ਤੋਂ ਕਿਵੇਂ ਦੁਬਾਰਾ ਤੋਂ ਉਹਨੂੰ ਪਲਟਿਆ ਜਾ ਸਕਦਾ? ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਗਗਨ ਸ਼ੁਕਲਾ। ਸਿਟੀ ਬਿਊਟੀਫੁਲ ਚੰਡੀਗੜ੍ਹ ਦਾ ਜ਼ਿਕਰ ਆਉਂਦਾ ਤਾਂ ਹਰ ਕੋਈ ਇਨਸਾਨ ਚਾਹੁੰਦਾ ਹੈ ਕਿ ਮੈਂ ਚੰਡੀਗੜ੍ਹ ਰਵਾਂ, ਕੰਮ ਕਰਾਂ, ਜਾਂ ਉਹਦੇ ਇਰਦ ਗਿਰਦ ਮੇਰਾ ਮਕਾਨ ਦੁਕਾਨ ਕੁਛ ਵੀ ਹੋਵੇ, ਤੇ ਸਾਰੇ ਉਮਰ ਦੀ ਜਮ੍ਹਾਂ ਪੂੰਜੀ ਉਹ ਉੱਥੇ ਇਨਵੈਸਟ ਕਰਨ ਲਈ ਵੀ ਤਿਆਰ ਹੋ ਜਾਂਦਾ, ਰਾਜੀ ਹੋ ਜਾਂਦਾ ਕਿ ਮੇਰੇ ਬੱਚੇ ਜਾਂ ਮੈਂ ਸੁੱਖ ਦਾ ਸਾਹ ਲਵਾਂ, ਇੱਕ ਚੰਗੀ ਜ਼ਿੰਦਗੀ ਗੁਜ਼ਾਰਾਂ। ਪਰ ਉਸ ਦੇ ਨਾਲ ਕਿਸ ਤਰ੍ਹਾਂ ਦੀ ਧਾਂਦਲੀ ਹੁੰਦੀ ਹੈ, ਕਿਸ ਤਰ੍ਹਾਂ ਉਸ ਦੇ ਨਾਲ ਧੋਖਾਧੜੀ ਹੁੰਦੀ ਹੈ, ਇਹ ਅੱਜ ਤੁਹਾਨੂੰ ਅਸੀਂ ਸਿਲਸਿਲੇਵਾਰ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਬਿਲਡਰ ਲੋਕ ਕਿਵੇਂ ਛੋਟੀਆਂ ਕੰਪਨੀਆਂ ਤੋਂ ਵੱਡੇ ਮੁਨਾਫੇ ਕਮਾ ਜਾਂਦੇ ਨੇ। ਮੇਰੇ ਨਾਲ ਚਰਨਪਾਲ ਸਿੰਘ ਬਾਗੜੀ ਐਡਵੋਕੇਟ ਨੇ, ਗੱਲਬਾਤ ਕਰ ਲੈਂਦੇ ਹਾਂ। ਬਾਗੜੀ ਸਾਹਿਬ, ਸਭ ਤੋਂ ਪਹਿਲਾਂ ਤਾਂ DG ਸਾਹਿਬ ਨੂੰ ਇੱਕ ਨੋਟਿਸ ਹੋਇਆ, ਤਾਂ ਉਹ ਨੋਟਿਸ ਬਾਰੇ ਚਾਨਣਾ ਪਾਓ। ਦੇਖੋ, ਨੋਟਿਸ DG ਪੰਜਾਬ ਨੂੰ ਕੀਤਾ ਗਿਆ ਹਾਈ ਕੋਰਟ ਵੱਲੋਂ, ਜਿਹਦੇ 'ਚ ਰਿਪਲਾਈ ਜਿਹੜੀ ਹੈ ਮੰਗੀ ਗਈ ਹੈ 10 ਨਵੰਬਰ ਲਈ। ਇਸ਼ੂ ਕੀ ਆ ਉਹਦੇ ਬਾਰੇ ਤੁਹਾਨੂੰ ਮੈਂ ਦੱਸ ਦਿੰਦਾ। ਇਹ ਸਨਟੈਕ ਸਿਟੀ ਪਲਹੇੜੀ ਪਿੰਡ ਦੀ ਜ਼ਮੀਨ, ਜਿਹੜੀ ਨਿਊ ਚੰਡੀਗੜ੍ਹ ਮੁੱਲਾਂਪੁਰ ਦੇ ਬਿਲਕੁਲ ਨਜ਼ਦੀਕ ਲੱਗਦਾ ਹੋਇਆ ਇੱਕ ਪ੍ਰਾਈਮ ਲੋਕੇਸ਼ਨ 'ਤੇ ਸਿਚੁਏਟਡ ਹੈ। ਇਹ ਜਿਹੜੇ ਤੁਸੀਂ ਧਾਂਦਲੀ ਦੀ ਗੱਲ ਕਰਦੇ ਹੋ, ਇੱਕ ਤਾਂ ਉਹ ਲੋਕ ਸ਼ਿਕਾਰ ਦਾ ਇਹਦੇ ਵਿੱਚ ਹੋਏ ਨੇ ਜਿਨ੍ਹਾਂ ਨੇ ਪੈਸੇ ਲਾਏ ਨੇ, ਇੱਕ ਉਹ ਲੋਕ ਜਿਨ੍ਹਾਂ ਦੀ ਜ਼ਮੀਨ ਦੇ ਉੱਤੇ ਪ੍ਰੋਜੈਕਟ ਅਪਰੂਵ ਕਰਾ ਲਿਆ, ਉਹਨਾਂ ਨੂੰ ਪਤਾ ਹੀ ਨਹੀਂ ਇਸ ਚੀਜ਼ ਦਾ ਵੀ ਸਾਡੀ ਜ਼ਮੀਨ ਦੇ ਉੱਤੇ ਪ੍ਰੋਜੈਕਟ ਜਿਹੜਾ ਅਪਰੂਵ ਹੋ ਗਿਆ। 43 ਕਿੱਲੇ ਇੰਡੀਅਨ ਕੋਆਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਮੁੱਲਾਂਪੁਰ ਜਿਹੜੀ ਹੈ ਉਹਦੇ ਨਾਂ ਤੇ ਕੋਆਪਰੇਟਿਵ ਸੁਸਾਇਟੀ ਦੇ ਨਾਮ ਤੇ ਰਜਿਸਟਰ ਕਰਾਈ ਜਾਂਦੀ ਹੈ। ਉਸ ਤੋਂ ਬਾਅਦ 43 ਕਿੱਲੇ ਖਰੀਦੇ ਜਾਂਦੇ ਨੇ, ਔਰ ਜਦੋਂ ਰੈਜ਼ੀਡੈਂਸ਼ੀਅਲ ਕਲੋਨੀ ਬਣਾਉਣੀ ਸੀ ਐਜ਼ ਪਰ ਦੀ ਟਰਮਸ ਆਫ ਮਾਸਟਰ ਪਲਾਨ 100 ਕਿੱਲਾ ਘੱਟੋ ਘੱਟ ਚਾਹੀਦਾ ਸੀ। ਤੇ ਇਹਨਾਂ ਨੇ ਕੀ ਕੀਤਾ ਵੀ ਸਾਡੇ ਕੋਲ 43 ਕਿੱਲੇ ਆ, ਉਸ ਤੋਂ ਬਾਅਦ ਜਿਹੜੀ ਉਹਦੇ ਨਾਲ ਪਿੰਡ ਦੇ ਹੋਰ ਲੋਕਾਂ ਦੀ ਜ਼ਮੀਨ ਜੁੜਦੀ ਪਈ ਸੀ, ਉਹਦੇ CLU ਸਹਿਮਤੀ ਪੱਤਰ ਤਿਆਰ ਕੀਤੇ CLU ਲੈਣ ਵਾਸਤੇ। ਸਹਿਮਤੀ ਪੱਤਰ ਦੇ ਵਿੱਚ ਸਪੈਸੀਫਿਕਲੀ ਉਹਨਾਂ ਤੋਂ ਸਾਰਾ ਕੁਝ ਲਿਖਵਾ ਲਿਆ, ਲਿਖ ਲਿਆ ਜਾਂਦਾ ਲੈਂਡ ਓਨਰ ਵੱਲੋਂ ਵੀ ਸਾਨੂੰ ਕੋਈ ਇਤਰਾਜ਼ ਨਹੀਂ, ਤੁਸੀਂ ਇਹਨੂੰ ਡਿਵੈਲਪ ਕਰਾ ਲਓ, CLU ਕਰਾ ਲਓ, ਉਸ ਤੋਂ ਬਾਅਦ ਤੁਸੀਂ ਇਹਨੂੰ ਵੇਚ ਸਕਦੇ ਹੋ, ਇਰਰਿਵੋਕੇਬਲ ਹੁੰਦੇ ਨੇ ਉਹ। ਬਟ ਇਹ ਕੇਸ ਦੇ ਵਿੱਚ ਜਿਹੜੇ ਸਹਿਮਤੀ ਪੱਤਰ ਤਿਆਰ ਕੀਤੇ ਗਏ ਉਹਨਾਂ ਤੇ ਜਾਲੀ ਸਾਈਨ ਕੀਤੇ ਗਏ, ਕਿਉਂਕਿ ਜਿਹੜੇ ਜ਼ਮੀਨ ਮਾਲਕ ਸੀ, ਜਿਹੜੇ ਹੁਣ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਰਹੇ ਨੇ, ਉਹ ਲੋਕ ਨੇ ਜਿਨ੍ਹਾਂ ਨੂੰ ਬਿਨਾਂ ਦੱਸੇ ਤੋਂ ਸਹਿਮਤੀ ਪੱਤਰ ਤਿਆਰ ਕਰਕੇ CLU ਲਿਆ ਜਾਂਦਾ,
ਉਸ ਤੋਂ ਬਾਅਦ ਲਾਇਸੈਂਸ ਲਿਆ ਜਾਂਦਾ, ਰੇਰਾ ਦਾ ਨੰਬਰ ਲਿਆ ਜਾਂਦਾ। ਮੈਂ ਤੁਹਾਨੂੰ ਰੋਕਣਾ ਚਾਹੁੰਦਾ ਬਾਕੀ ਸਭ ਸੌਖੇ ਸ਼ਬਦਾਂ 'ਚ ਆਪਣੇ ਦਰਸ਼ਕਾਂ ਨੂੰ ਚਾਹਾਂਗਾ ਕਿ ਸੌਖੇ ਸ਼ਬਦਾਂ 'ਚ ਇੱਕ ਚੀਜ਼ ਸਮਝਾਓ ਕਿ ਤੁਹਾਡਾ ਇੱਕ ਕਿੱਲਾ ਉਸ ਕਲੋਨੀ ਦੇ ਵਿੱਚ ਹੈਗਾ, ਤੁਸੀਂ ਉਸ ਕਲੋਨੀ ਦੇ ਵਿੱਚ ਇੱਕ ਕਿੱਲੇ ਦੇ ਮਾਲਕ ਹੋ, ਤਾਂ ਤੁਹਾਨੂੰ ਦੱਸੇ ਬਿਨਾਂ ਹੀ ਤੁਹਾਡੀ ਮਾਲਕੀ ਲੈ ਲਈ ਗਈ? ਬਿਲਕੁਲ। ਦੇਖੋ, ਮਾਲਕੀ ਨਹੀਂ ਲਈ ਗਈ, ਜਦੋਂ ਸਹਿਮਤੀ ਪੱਤਰ ਲੈ ਲਏ ਉਹ ਮਾਲਕੀ ਵਰਗਾ ਹੀ ਹੈ। ਕਿਉਂਕਿ ਹੁਣ ਤੁਸੀਂ ਇੱਕ ਵਾਰ, ਮੈਂ ਕਹੂੰਗਾ ਵੀ ਇਹਨੂੰ ਇੱਕ ਵਾਰ ਦਿਖਾਓ ਵੀ ਇਹਦਾ ਪ੍ਰੈਕਟੀਕਲੀ ਕੀ ਹੈ। ਹੁਣ ਆਹ ਰੋਡ ਹੈ ਜਿਹੜੀ 에ਅਰਪੋਰਟ ਰੋਡ ਇੱਧਰੋਂ ਜਾਂਦੀ ਹੈ ਮੁੱਲਾਂਪੁਰ ਸਾਈਡ ਨੂੰ, ਨਿਊ ਚੰਡੀਗੜ੍ਹ ਸਾਈਡ ਨੂੰ ਆ ਜਾਂਦੀ ਹੈ। ਇਹਦੇ ਉੱਤੇ ਲੱਗ ਰਹੀ ਹੈ ਪੂਰੀ ਜ਼ਮੀਨ। ਇਹ ਜਿਹੜੀ ਸਨਟੈਕ ਸਿਟੀ ਹੈ 43 ਕਿੱਲੇ ਇਹਦੇ ਨਾਲ ਲੱਗਦੇ ਇਹਨਾਂ ਨੇ ਪਹਿਲਾਂ ਲੈ ਲਏ ਸੀਗੇ। ਹੁਣ ਜਦੋਂ 100 ਕਿੱਲੇ ਆ ਪਿੱਛੇ ਵਾਲਾ ਨਾਲ ਲੱਗਦੀ ਜ਼ਮੀਨ ਕਿਸਾਨਾਂ ਦੀ ਹੈ, ਜਿੱਥੇ ਆ ਪਾਰਕ ਦਿਖਾਏ ਨੇ, ਸੜਕਾਂ ਦਿਖਾਈਆਂ ਨੇ, ਹੋਰ ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਜ਼ਰੂਰਤ ਹੁੰਦੀ ਹੈ ਉਹ ਦਿਖਾਈ ਗਈ ਹੈ। ਹੁਣ ਇਹਦੀ ਅਪਰੂਵਲ ਲੈਣ ਨਾਲ ਇਹਨਾਂ ਨੂੰ ਜਿੰਨਾ ਕਮਰਸ਼ੀਅਲ ਅੱਗੇ ਮਿਲ ਗਿਆ ਇਹਨਾਂ ਨੇ ਆਪਣੀ ਤੇ, ਕਿਉਂਕਿ ਲੇਆਊਟ ਪਲਾਨ ਤਾਂ ਆਪੇ ਤਿਆਰ ਕਰਾਉਣਾ। ਕਮਰਸ਼ੀਅਲ ਜਿਹੜਾ ਸਾਰਾ ਇਹਨਾਂ ਨੇ ਆਪਣੇ ਪ੍ਰਾਪਰਟੀ ਤੇ ਦਿਖਾ ਕੇ ਵੇਚਤਾ ਹੈ। ਲੈਂਡ ਓਨਰ ਕੋਆਪਰੇਟਿਵ ਸੁਸਾਇਟੀ ਅਦਰਵਾਈਜ਼ ਜੇ ਦੇਖੋ ਬਾਈ ਲਾਜ਼ ਤਾਂ ਬਿਜ਼ਨਸ ਤਾਂ ਕਰ ਨਹੀਂ ਸਕਦੀ। ਉਹਨੇ ਇੱਕ ਕੰਟਰੈਕਟ ਕੀਤਾ BRS ਦੇ ਨਾਲ, ਹੁਣ ਲੇਟੈਸਟਲੀ ਅਸੀਂ ਦੇਖਿਆ। ਔਰ ਉਹ ਜਿਹੜੀ VRS ਕੰਪਨੀ ਹੈ ਉਹਦੇ ਜਿਹੜੇ ਕੁਛ ਜਿਹੜੇ ਉਹਦੇ ਡਾਇਰੈਕਟਰ ਨੇ ਜਾਂ MD ਨੇ, ਉਹ ਇਹਨਾਂ ਦੇ ਪ੍ਰਮੋਟਰਾਂ ਦੇ ਖਾਸ ਘਰ ਦੇ ਮੈਂਬਰ ਨੇ, ਜਿਵੇਂ ਦੱਸਿਆ ਗਿਆ। ਔਰ ਅਸੀਂ ਕੋਰਟ ਦੇ ਵਿੱਚ ਵੀ ਅਲੈਜ ਕੀਤਾ, ਇਸ ਕਰਕੇ ਉਹਨੂੰ ਪਾਰਟੀ ਵੀ ਬਣਾਇਆ ਗਿਆ। ਧੋਖਾ ਦੋ ਪਾਰਟੀਜ਼ ਨਾਲ ਹੋਇਆ। ਇੱਕ ਤਾਂ ਜਿਹੜੇ ਜਰਨਲ ਪਬਲਿਕ ਨੂੰ, ਕਿਉਂਕਿ ਉਹਨਾਂ ਦੇ ਆਫਿਸ ਦੇ ਵਿੱਚ ਆਪ ਨਕਸ਼ਾ ਪਿਆ ਜਿਹੜਾ ਬੰਦਾ ਜਾਂਦਾ। ਹੁਣ ਤੁਸੀਂ ਲੈਣ ਜਾਓਗੇ, ਤੁਸੀਂ ਕੀ ਦੇਖੋਗੇ? ਨਕਸ਼ਾ ਦੇਖੋਗੇ, ਰੇਰਾ ਨੰਬਰ ਦੇਖੋਗੇ, ਲਾਇਸੈਂਸ ਦੇਖੋਗੇ, ਸਾਰਾ ਕੁਝ ਤਾਂ ਲਈ ਬੈਠੇ ਨੇ ਉਹ। ਸੋ ਅਥਾਰਟੀਜ਼ ਜਿਹਨਾਂ ਨੇ ਇਹ ਗ੍ਰਾਂਟ ਕੀਤਾ ਉਹ ਵੀ ਇਸ ਦੇ ਵਿੱਚ ਜ਼ਿੰਮੇਵਾਰ ਨੇ। ਉਹਨਾਂ ਦਾ ਰੋਲ ਵੀ, ਜਿਹੜੇ ਵੱਡੇ ਬਿਗ ਫਿਸ਼ ਜਿਹੜੀ ਹੈ, ਮਤਲਬ ਉਹ ਵੀ ਇਹਦੇ ਵਿੱਚ ਇਨਵੋਲਵ ਨੇ। ਜਿਹੜੇ ਗਮਾਡਾ ਪੁੱਡਾ ਐਡੀਆਂ ਅਥਾਰਟੀਜ਼ ਦੇ ਵੱਡੇ ਵੱਡੇ CTP ਹੈ ਜਿਹਨੇ ਅਪਰੂਵ ਕੀਤਾ, ਅਸੀਂ ਉਹ ਸਾਰਾ ਇਹ 'ਚ ਮੰਗਿਆ ਵੀ ਉਹਨਾਂ 'ਤੇ ਐਕਸ਼ਨ ਹੋਣਾ ਬਣਦਾ। ਕਾਨੂੰਨ ਮਾਰ ਹੋ ਤੁਸੀਂ, ਕਾਨੂੰਨ ਨੂੰ ਬਾਰੀਕੀ ਨਾਲ ਦੇਖਦੇ ਹੋ, ਰੋਜ਼ ਅਦਾਲਤ 'ਚ ਕਾਲਾ ਕੋਟ ਪਾ ਕੇ ਖੜ੍ਹਦੇ ਹੋ। ਇਹ ਚੀਜ਼ਾਂ ਤੱਥ ਹੈ, ਤੁਹਾਡੇ 'ਤੇ ਵੀ ਮਾਨਾ ਨਹੀਂ ਹੋ ਸਕਦੀ ਹੈ। ਬਿਲਡਰਸ, ਵੱਡੇ ਬਿਲਡਰਸ ਨੇ, ਅਗਲਿਆਂ ਨੇ ਲੱਖਾਂ ਕਰੋੜਾਂ ਰੁਪਏ ਇਨਵੈਸਟ ਕਰਿਆ ਹੈ। ਲੱਗਦਾ ਕਿ ਬਹੁਤ ਚੀਜ਼ਾਂ ਨੇ ਜਿਨ੍ਹਾਂ ਦਾ ਨੈਗੇਟਿਵ ਇੰਪੈਕਟ ਵੀ ਹੋ ਸਕਦਾ ਹੈ। ਤੁਹਾਨੂੰ ਲੱਗਦਾ ਇਹ ਚੀਜ਼ਾਂ ਪ੍ਰੂਫ ਨੇ? ਇਸੇ ਕਰਕੇ ਤਾਂ ਜਿੰਨੀ ਦੇਰ ਕੋਰਟ ਨੇ, ਹਾਈ ਕੋਰਟ ਨੇ ਨੋਟਿਸ ਨਹੀਂ ਕੀਤਾ, ਉਹ ਤੋਂ ਪਹਿਲਾਂ ਇੰਟਰਵਿਊ ਨਹੀਂ ਕੀਤੀ। ਹੁਣ ਤੁਸੀਂ ਇੰਟਰਵਿਊ ਆਏ ਹੋ, ਜੇ DGP ਨੂੰ ਨੋਟਿਸ ਹੋਇਆ, 2 ਦਿਨ ਸੁਣਵਾਈ ਹੁੰਦੀ ਰਹੀ ਆ। ਪੂਰਾ ਤੁਸੀਂ ਕੇਸ ਫਾਈਲ ਦੇਖ ਸਕਦੇ ਹੋ। ਹਲੇ ਇਹ 1200 ਪੇਜਾਂ ਦੀ ਪੇਪਰ ਬੁੱਕ ਹੈ। ਇਸੇ ਕੇਸ ਦੀ ਪੇਪਰ ਬੁੱਕ ਹੈ। ਇੱਕ ਜਿਹੜੀ ਗੱਲ ਕੀਤੀ ਜਾ ਰਹੀ ਹੈ, ਐਵੀਡੈਂਸ ਉਹਦੇ 4 ਨੇ ਨਾਲ। ਐਵੀਡੈਂਸ ਤੋਂ ਬਿਨਾਂ ਤਾਂ ਗੱਲ ਹੀ ਨਹੀਂ ਕੀਤੀ ਜਾ ਸਕਦੀ। 2020 ਦੇ ਵਿੱਚ FIR ਵੀ ਰਿਕਮੈਂਡ ਹੋ ਗਈ ਇਹਨਾਂ ਦੇ ਵਰਖਲਾਫ। ਜਿਹੜੇ ਲੋਕ ਇਹਦੇ ਵਿੱਚ ਬਾਈ ਨੇਮ ਪਾਰਟੀ ਨੇ, FIR ਰਿਕਮੈਂਡ ਹੁੰਦੀ ਹੈ। ਉਸ ਤੋਂ ਬਾਅਦ ਇੱਕ ਓਪੀਨੀਅਨ ਲਿਆ ਜਾਂਦਾ। ਓਪੀਨੀਅਨ ਦੇ ਵਿੱਚ ਇਹ ਮੰਗਿਆ ਜਾਂਦਾ ਵੀ ਜਿਹੜੇ ਅਸਲ ਸਹਿਮਤੀ ਪੱਤਰ ਨੇ ਉਹ ਲਏ ਜਾਣ, ਔਰ ਉਸ ਤੋਂ ਬਾਅਦ ਫੋਰੈਂਸਿਕ ਲੈਬੋਰਟਰੀ ਤੋਂ ਜਿਹੜੇ ਐਗਜ਼ਾਮਿਨ ਕਰਾਈ ਜਾਣ ਜੇ ਵੀ ਇਹਨਾਂ ਦੇ ਅਸਲ ਸਾਈਨ ਨੇ ਜਾਂ ਜਾਲੀ ਨੇ। ਤੇ ਉਸ ਤੋਂ ਬਾਅਦ ਇਹ ਰਿਪੋਰਟ ਕੰਸਰਨਡ ਜਿਹੜੀ ਸਟੇਟ ਦੀ ਅਥਾਰਟੀ ਆ, ਉਹ ਇਹ ਕਹਿੰਦੇ ਆ ਕਿ ਵੀ ਅਸਲ ਨਹੀਂ ਮਿਲ ਪਾਏ। ਜਿਹੜਾ ਕੰਪਨੀ ਦਾ ਰਿਪਰੈਜ਼ੈਂਟੇਟਿਵ ਹੈ, ਜਿਹੜਾ ਪ੍ਰੈਜ਼ੀਡੈਂਟ ਹੈ, ਉਹ ਬਿਆਨ ਦਿੰਦਾ ਕਿ ਮੈਨੂੰ ਪਤਾ ਹੀ ਨਹੀਂ ਵੀ ਕੌਣ ਅਸਲ ਦੇ ਕੇ ਗਏ ਸੀ ਜਾਂ ਫੋਟੋ ਕਾਪੀ ਦੇ ਕੇ ਗਏ ਸੀ। ਹੁਣ ਮੈਂ 108 ਏਕੜ ਦੀ ਜ਼ਮੀਨ ਅਪਰੂਵ ਕਰਾਈ ਹੈ CLU ਦੇ, ਮੈਂ ਹੀ ਉਹਨੂੰ ਰਿਪਰੈਜ਼ੈਂਟ ਕਰਕੇ ਉੱਥੇ ਲੈ ਕੇ ਗਿਆ ਪੁੱਡਾ ਗਮਾਡਾ ਕੋਲੇ। ਜਦੋਂ ਲੈਣ ਗਿਆ ਲਾਇਸੈਂਸ, ਰਜਿਸਟ੍ਰੇਸ਼ਨ ਨੰਬਰ, ਜੋ ਕੁਝ ਵੀ ਲਿਆ, ਲੈਂਡ ਓਨਰਸ ਤਾਂ ਨਹੀਂ ਗਏ ਨਾ। ਲੈਂਡ ਓਨਰਸ ਨੂੰ ਕੋਈ ਪੈਸਾ ਮਿਲਿਆ? ਅਸੀਂ ਤਾਂ ਤਦ ਕਿਹਾ ਜਾ ਸਕਦਾ ਪੈਸਾ ਮਿਲਿਆ ਹੋਵੇ ਜਦੋਂ ਉਹਨੇ ਇਹ ਗੱਲ ਕਹੀ ਹੈ ਕਿ ਵੀ ਅਸਲ ਸਾਨੂੰ ਪਤਾ ਹੀ ਨਹੀਂ ਕਿੱਥੇ ਗਏ। ਪਹਿਲਾਂ ਤਾਂ ਇਹੀ ਸਸਪੈਕਸ਼ਨ ਬਣਦੀ ਹੈ। ਇਹਦੇ ਅਕੋਰਡਿੰਗਲੀ ਉਹ ਪਰਚਾ ਹੋਣਾ ਬਣਦਾ ਹੈ ਵੀ ਅਸਲ ਸਹਿਮਤੀ ਪੱਤਰ ਦੇਖੇ ਨਹੀਂ। 108 ਏਕੜ ਦਾ CLU ਕਰਾ ਲਿਆ, ਜਿਹੜੇ ਬੰਦੇ ਨੇ ਕਰਾਇਆ ਉਹ ਤੋਂ ਹੀ ਪੁੱਛਿਆ ਜਾਊਗਾ ਨਾ। ਪਰ ਮੈਂ ਇੱਕ ਚੀਜ਼ ਹੋਰ ਪੁੱਛਣੀ ਚਾਹੁੰਦਾ, ਉਹਨਾਂ ਕੋਲ ਕਿੰਨੇ 47 ਕਿੱਲੇ? ਉਹਨਾਂ ਕੋਲ ਪਹਿਲਾਂ 43 ਸੀਗੇ, ਹੁਣ ਬਾਅਦ 'ਚ ਸੁਣ 'ਚ 12 ਕਿੱਲੇ ਹੋਰ ਵੀ ਲੈ ਲਏ। ਪ੍ਰੋਜੈਕਟ 108 ਏਕੜ ਤੇ ਅਪਰੂਵ ਹੋਇਆ। ਮਤਲਬ ਨਕਸ਼ਾ 108 ਏਕੜ ਦਾ ਦਿਖਾਇਆ ਜਾਂਦਾ ਹੈ। ਜਿਹੜੀ ਕਰੀਬ ਤੁਸੀਂ ਕਹਿੰਦੇ ਹੋ ਪਹਿਲਾਂ 47,012, ਮਤਲਬ ਹੋਰ ਲੈ ਕੇ ਜਿਹੜੇ ਪਿੱਛੇ ਉਹ ਕਿੱਲੇ ਬਚਦੇ ਨੇ, ਉਹ ਹੁਣ ਉੱਥੇ ਉਹ ਲੋਕ ਵਾਹੀ ਵੀ ਕਰਦੇ ਨੇ ਆਪਣੀ। ਤੁਸੀਂ ਜ਼ਰੂਰ ਇਹ ਚੀਜ਼ ਦਿਖਾਓ, ਤੇ ਕਿਸਾਨ ਵੀ ਬੈਠੇ ਹੋਏ ਨੇ, ਉਹਨਾਂ ਦੇ ਵੀ ਤੁਸੀਂ ਸਟੇਟਮੈਂਟ ਲੈ ਸਕਦੇ ਹੋ। ਉੱਥੇ ਜਾ ਕੇ ਵੀ ਆ ਸਕਦੇ ਹੋ। ਉੱਥੇ ਹੁਣ ਵੀ ਝੋਨਾ ਬੀਜਿਆ ਹੋਇਆ, ਝੋਨਾ ਬੀਜ ਵੱਢ ਕੇ ਉਹਨਾਂ ਨੇ ਫਿਰ ਅੱਗੇ ਕਣਕ ਬੀਜਣੀ ਹੈ। ਇਹ ਤਾਂ ਗਰਾਊਂਡ ਰਿਐਲਿਟੀ ਹੈ।
ਔਰ ਜੋ ਇਨਵੈਸਟੀਗੇਸ਼ਨ ਦੇ ਵਿੱਚ ਵੀ ਜਦੋਂ ਇਹਨਾਂ ਨੂੰ ਛੱਡਿਆ ਗਿਆ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ, ਇਸੇ ਕਰਕੇ ਹਾਈ ਕੋਰਟ ਨੇ ਪਹਿਲਾਂ ਡੀਜੀਪੀ ਤੋਂ ਪੁੱਛਿਆ ਵੀ ਹੋ ਕੀ ਰਿਹਾ ਹੈ। ਹੁਣ ਜਿਹੜਾ ਐਸਪੀ ਦੀ ਰਿਪੋਰਟ ਸੀ, ਉਸ ਤੋਂ ਬਾਅਦ ਇਹ ਆ ਗਿਆ ਵੀ ਅਸਲ ਜਿਹੜੇ ਡਾਕੂਮੈਂਟ ਨੇ ਉਹਨਾਂ ਤੋਂ ਬਿਨਾ ਇਹ ਐਗਜ਼ਾਮਿਨ ਨਹੀਂ ਹੋ ਸਕਦੇ। ਸਿਗਨੇਚਰ ਲਾਅ ਇਹ ਹੈਗਾ ਕਿ ਫੋਟੋ ਕਾਪੀ ਤੋਂ ਵੀ ਸਿਗਨੇਚਰ ਫਿੰਗਰ ਰਾਈਟਿੰਗ ਐਕਸਪਰਟ ਓਪੀਨੀਅਨ ਦੇ ਸਕਦਾ। ਇਹ ਸੁਪਰੀਮ ਕੋਰਟ ਤੇ ਹਾਈ ਕੋਰਟ ਦੀਆਂ ਜੱਜਮੈਂਟਸ ਨੇ। ਦੂਜੇ ਨੰਬਰ ਤੇ ਕੰਪਨੀ ਦੇ ਪ੍ਰਮੋਟਰ ਉੱਥੇ ਸਟੇਟਮੈਂਟ ਦੇ ਰਹੇ ਇਨਵੈਸਟੀਗੇਸ਼ਨ ਏਜੰਸੀ ਕੋਲ ਕਿ ਅਸੀਂ ਇਹਨਾਂ ਦੀ ਜ਼ਮੀਨ ਛੱਡਣ ਲਈ ਤਿਆਰ ਹਾਂ, ਜਾਂ ਇਹ ਸਾਨੂੰ ਵੇਚ ਦੇਣ ਤਾਂ ਅਸੀਂ ਖਰੀਦਣ ਲਈ ਤਿਆਰ ਹਾਂ। ਆਪ ਵੇਚਦੇ ਨੇ 50 ਕਰੋੜ ਦਾ ਕਿੱਲਾ, ਇਹਨਾਂ ਨੂੰ ਆਫਰ ਕਰਦੇ ਨੇ 2 ਕਰੋੜ ਜਾਂ 4 ਕਰੋੜ। ਹੁਣ ਜਸਟਿਸ ਅਈਅਰ ਦੀ ਜੱਜਮੈਂਟ ਆ 1978 ਦੀ ਸੁਪਰੀਮ ਕੋਰਟ ਦੀ, ਪੰਜਾਬ 'ਚ ਤਾਂ ਮਾਂ ਨਾਲੋਂ ਵੀ ਜ਼ਿਆਦਾ ਪਿਆਰੀ ਹੈ ਜ਼ਮੀਨ। ਜਿਹਨੇ ਨਹੀਂ ਵੇਚਣੀ ਕਹਿੰਦਾ ਨਹੀਂ ਮੈਂ ਵੇਚਣੀ। ਹੁਣ ਉੱਥੇ ਇਹ ਸਟੇਟਮੈਂਟ ਦੇਤੀ ਕਿ ਵੀ ਅਸੀਂ ਜ਼ਮੀਨ ਛੱਡਣ ਨੂੰ ਤਿਆਰ ਹਾਂ। ਕਾਨੂੰਨ ਕਹਿੰਦਾ ਇੱਕ ਵਾਰ CLU ਹੋ ਗਿਆ ਇਹ ਜ਼ਮੀਨ ਛੱਡ ਨਹੀਂ ਸਕਦੇ। ਜਿਹੜੇ ਸਾਡੇ ਸਹਿਮਤੀ ਪੱਤਰ ਲਾਏ ਉਹਨਾਂ 'ਚ ਵੀ ਲਿਖਿਆ ਨਹੀਂ ਛੱਡ ਸਕਦੇ। ਸਪੋਜ਼ ਇਹ ਕਹਿੰਦੇ ਵੀ ਅਸੀਂ ਛੱਡ ਦਿੰਦੇ ਹਾਂ ਜ਼ਮੀਨ। ਜਿਹੜੇ ਇਹ ਕਮਰਸ਼ੀਅਲ ਇੰਨੇ ਇਹਨਾਂ ਨੂੰ ਬੂਥ ਮਿਲੇ ਨੇ, ਉਹ ਸਾਰੀ ਪ੍ਰਾਪਰਟੀ ਨੂੰ ਦੇਖ ਕੇ ਹੀ ਮਿਲੇ ਨੇ ਨਾ, ਜਾਂ ਇਹਨੂੰ ਇਹ ਅੱਧੀ ਕਲੋਨੀ ਰਹਿ ਜੂਗੀ ਫਿਰ ਜੇ ਛੱਡ ਦੇਣਗੇ। ਦੂਜੇ ਨੰਬਰ ਤੇ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਮੰਗਿਆ ਸੀ ਜਿਹੜਾ ਕੋਈ ਇਨਵੋਲਵ ਹੈ, ਜੇ ਕੋਈ ਪੁੱਡਾ ਗਮਾਡਾ ਦਾ ਬੰਦਾ ਇਨਵੋਲਵ ਹੈ ਉਹਦੇ ਤੇ ਵੀ ਤਾਂ ਪਰਚਾ ਹੋਣਾ, ਡਿਪਾਰਟਮੈਂਟਲ ਪ੍ਰੋਸੀਡਿੰਗ ਵੀ ਹੋਣੀਆਂ ਬਣਦੀਆਂ। ਤੇ ਉਹ ਬੰਦਾ ਆ ਕੇ ਉਹ ਤੋਂ ਪੁੱਛਿਆ ਵੀ ਤੁਸੀਂ ਛੱਡ ਦੋਗੇ, ਜਦੋਂ ਕਾਨੂੰਨ ਕਹਿੰਦਾ ਨਹੀਂ ਛੱਡ ਸਕਦੇ। ਸੋ ਇਹ ਸਾਰਾ ਤੀਜੇ ਨੰਬਰ ਤੇ ਜਦੋਂ ਇਹਨਾਂ ਨੇ ਪ੍ਰੋਟੈਸਟ ਕੀਤਾ, ਜਿਹੜੇ ਲੈਂਡ ਓਨਰਸ ਨੇ ਮੈਕਸੀਮਮ ਜਿਹੜੇ ਨੇ ਅਨਪੜ੍ਹ ਨੇ, ਉਹ SP ਮੋਹਾਲੀ ਨੇ ਕਹਿੰਦਾ ਜੀ ਆਪਾਂ ਇਨਵੈਸਟੀਗੇਸ਼ਨ ਫੇਰ ਕਰਾਉਂਦੇ ਹਾਂ। SP ਦੀ ਕਰੀ ਹੋਈ ਇਨਵੈਸਟੀਗੇਸ਼ਨ DSP ਖਰੜ ਨੂੰ ਮਾਰਕ ਕਰਤੀ। ਹੁਣ ਤੁਸੀਂ ਦੱਸੋ SP ਨੇ ਜੋ ਇੱਕ ਵਾਰ ਲਿਖਤੀ ਇਨਕੁਆਰੀ ਰਿਪੋਰਟ, DSP ਦਾ ਰੈਂਕ 'ਚ ਛੋਟੇ ਨੇ ਉਹ ਤੋਂ, ਕਿਵੇਂ ਦੁਬਾਰਾ ਤੋਂ ਉਹਨੂੰ ਪਲਟਿਆ ਜਾ ਸਕਦਾ? ਇੱਕ ਚੀਜ਼ ਮੈਨੂੰ ਹੋਰ ਦੱਸੋ, ਕੋਰਟ 'ਚ ਇਸ ਪੱਖ ਦਾ ਵਕੀਲ ਵੀ ਖੜਾ ਹੋਣਾ, ਉਹਨਾਂ ਦੀ ਕੀ ਦਲੀਲਾਂ ਸੀ? ਨਹੀਂ, ਇਸ ਪੱਖ ਦੇ ਵਕੀਲ ਹਲੇ ਤਾਂ ਜਿਹੜਾ ਨੋਟਿਸ ਹੈ ਪਹਿਲਾਂ 12 ਤਰੀਕ ਨੂੰ ਕੇਸ ਜਿਹੜਾ ਪ੍ਰਜ਼ਿਊਮ ਹੋਇਆ ਹੀਅਰਿੰਗ ਲਈ, ਡਿਟੇਲ ਦੇ ਵਿੱਚ ਆਰਗੂਮੈਂਟਸ ਹੋਏ, ਬਹੁਤ ਰਿਕਾਰਡ ਪਰੂਜ਼ ਕਰਨਾ ਸੀ ਕੋਰਟ ਨੇ ਕਿਉਂਕਿ ਵੱਡੀ ਫਾਈਲ ਸੀ। ਉਸ ਤੋਂ ਬਾਅਦ ਫਿਰ ਇਹ ਦੁਬਾਰਾ ਕੋਰਟ 'ਚ ਕੰਸੀਡਰ ਹੋਇਆ। ਹਲੇ ਪਹਿਲੀ ਵਾਰ ਜਦੋਂ ਨੋਟਿਸ ਕੀਤਾ ਜਾਂਦਾ ਉਦੋਂ ਇੱਕ ਧਿਰ ਨੂੰ ਸੁਣ ਕੇ ਜਦੋਂ ਕੋਰਟ ਨੂੰ ਲੱਗਦਾ ਵੀ ਹਾਂ ਇਹ ਕੇਸ 'ਚ ਜਾਣ ਆ, ਫਿਰ ਨੋਟਿਸ ਹੁੰਦਾ, ਨਹੀਂ ਅਦਰਵਾਈਜ਼ ਨਹੀਂ ਹੁੰਦਾ। ਅਫੈਂਸ ਕੀ ਬਣਦਾ ਹੁਣ ਤੁਹਾਨੂੰ ਕੀ ਲੱਗਦਾ ਹੈ? ਕਾਨੂੰਨ ਕੀ ਕਹਿੰਦਾ, ਕੀ ਕਾਰਵਾਈ ਹੋਣੀ ਚਾਹੀਦੀ ਹੈ? ਦੇਖੋ, ਕਾਰਵਾਈ ਤਾਂ ਜੋ ਅਸੀਂ, ਕਿਉਂਕਿ ਇਹਦੇ ਵਿੱਚ ਇਹ ਹੈ ਵੀ ਅਸੀਂ ਜੇ ਮੰਗ ਰਹੇ ਹਾਂ ਵੀ ਇਹ ਕੈਂਸਲ ਹੋ ਜੇ ਸਾਰਾ, ਬਹੁਤ ਲੋਕਾਂ ਨੇ ਇਹਦੇ ਵਿੱਚ ਜਿਹੜਾ ਇਨਵੈਸਟ ਵੀ ਕੀਤਾ। ਉਸ ਤੋਂ ਬਾਅਦ 6 ਤੋਂ 7 ਅਸੀਂ ਜੱਜਮੈਂਟ ਕੰਜ਼ਿਊਮਰ ਕੋਰਟ ਦੀਆਂ ਲਾਈਆਂ ਜਿਹੜੀਆਂ ਇਸੇ ਪ੍ਰੋਜੈਕਟ ਦੇ ਅਗੇਂਸਟ ਨੇ, ਉਹ ਇਹਨਾਂ ਦੇ ਅਗੇਂਸਟ ਕੰਜ਼ਿਊਮਰ ਕੋਰਟ ਤੋਂ ਹੋ ਰੱਖੀਆਂ ਨੇ। ਹੁਣ ਅਸੀਂ ਇਹਦੇ ਵਿੱਚ ਇਸ ਕਰਕੇ ਇਹ ਵੀ ਮੰਗਿਆ ਕਿ ਵੀ ਜਿਹੜੀ ਇਹ ਕੰਪਨੀ ਦੀ ਜਾਂ ਜਿਹੜੀ ਲਿਮਟਿਡ ਇਹਨਾਂ ਦੀ ਲਾਇਬਿਲਿਟੀ ਹੁੰਦੀ ਹੈ, ਲਿਮਟਿਡ, ਇੱਕ ਤਾਂ ਕੰਪਨੀ ਲਿਮਟਿਡ ਬਾਈ ਸ਼ੇਅਰ ਹੈ, ਜਿੱਥੋਂ ਤੱਕ ਉਹਦਾ ਲਿਮਟਿਡ, ਇੱਕ ਅਨਲਿਮਟਿਡ ਹੁੰਦਾ। ਜਿਹੜੀ ਕੋਆਪਰੇਟਿਵ ਸੁਸਾਇਟੀ ਹੈ ਲਿਮਟਿਡ ਹੈ। ਅਸੀਂ ਉਹ 'ਚ ਇਹ ਵੀ ਮੰਗਿਆ ਵੀ ਇਹ ਜਿਹੜਾ ਪਰਦਾ ਇਹਨੂੰ ਚੱਕਿਆ ਜਾਣਾ ਚਾਹੀਦਾ, ਕਿਉਂਕਿ ਇਸ ਦੇ ਮਤਲਬ ਪੂਰੇ ਤੱਥ ਦੇ ਇਹਦੇ ਅੰਡਰ ਦੀ ਗਾਰਬ ਆਫ ਦੈਟ ਨੇਮ ਇਹ ਪਰਸਨਲ ਜਿਹੜਾ ਇਹਨਾਂ ਨੇ ਪ੍ਰੋਫਿਟ ਜਿਹੜਾ ਅਰਨ ਕੀਤਾ, ਇਹਨਾਂ ਦੀ ਚੱਲ ਅਚਲ ਜਾਇਦਾਦ ਚਾਹੇ ਇਹਨਾਂ ਦੀਆਂ ਦੂਜੀਆਂ ਕੰਪਨੀਆਂ ਨੇ, ਉਹ ਪੂਰੀਆਂ ਸੀਜ਼ ਕਰਕੇ ਰੱਖੀਆਂ ਜਾਣ ਜਿੰਨੀ ਦੇਰ ਤੱਕ ਅਗਰ ਅਸੀਂ ਪ੍ਰੂਵ ਕਰ ਪਾਉਂਦੇ ਹਾਂ ਇਸ ਆਸਪੈਕਟ ਨੂੰ, ਤਾਂ ਇਨੋਸੈਂਟ ਲੋਕਾਂ ਨੂੰ ਵਾਪਸ ਮਿਲ ਸਕਣ। ਦੂਜੇ ਨੰਬਰ ਤੇ ਇੱਕ ਹੋਰ ਜਿਹੜਾ RTI ਦੇ ਵਿੱਚ ਸਾਨੂੰ ਕਲੀਅਰ ਹੋਇਆ, ਇੱਕ ਇਹਦੇ ਨਾਲ ਹੋਰ ਪ੍ਰੋਜੈਕਟ ਹੈ ਐਲਟਸ ਦੇ ਨਾਮ ਕਰਕੇ। ਜਦੋਂ ਇਹ ਪ੍ਰੋਜੈਕਟ CLU ਲਈ ਜਾਂਦਾ, ਗ੍ਰਾਂਟ ਹੁੰਦੀ ਹੈ, ਤੇ ਉਹ ਦੇਖਦੇ ਆ ਵੀ 82 ਕਨਾਲਾਂ ਤਾਂ ਪਹਿਲਾਂ ਹੀ CLU ਨੇ ਮਤਲਬ ਐਲਟਸ ਨੇ ਕਰਾ ਰੱਖੀਆਂ, ਲੈਂਡ ਓਨਰਸ ਨੂੰ ਕੋਈ ਪਤਾ ਨਹੀਂ। ਇਸੇ ਪ੍ਰੋਜੈਕਟ ਦੇ ਵਿੱਚ 82 ਕਨਾਲਾਂ ਦੀ CLU ਐਲਟਸ ਲਈ ਬੈਠਾ ਸੀ ਪਹਿਲਾਂ। ਫਿਰ ਉੱਥੋਂ ਕੰਸਰਨਡ ਅਥਾਰਟੀ ਨੇ ਨੋਟਿਸ ਇਸ਼ੂ ਕੀਤਾ ਵੀ ਇਹ ਕੀ ਹੋ ਰਿਹਾ, ਤੁਸੀਂ ਇਹਦੀ ਅਪਲਾਈ ਦੁਬਾਰਾ ਇਹਨਾਂ ਨੇ ਕੀਤਾ, ਇਹਦੀ CLU ਤਾਂ ਹੋਰ ਪ੍ਰਾਈਵੇਟ ਕੰਪਨੀ ਲਈ ਬੈਠੀ ਹੈ। ਤੇ ਫਿਰ ਜਦੋਂ ਉਹਨਾਂ ਨੂੰ ਸ਼ੋਅ ਕਾਜ਼ ਨੋਟਿਸ ਕੀਤਾ ਤਾਂ ਉਹਨਾਂ ਨੇ ਇਹਨਾਂ ਦੇ ਹੱਕ 'ਚ ਦੇਤਾ ਵੀ ਤੁਸੀਂ ਸਨਟੈਕ ਸਿਟੀ ਨੂੰ ਦੇ ਦਿਓ। ਕੋਈ ਛੱਡਦਾ CLU ਕਰਾਇਆ ਹੋਵੇ, ਸਪੋਜ਼ ਮੈਂ ਕੋਈ ਖਰਚਾ ਕਰਕੇ ਜਾਂ ਕਿਸੇ ਦੀ ਸਹਿਮਤੀ ਨਾਲ ਕਰਾਇਆ ਹੋਵੇ, CLU ਛੱਡ ਹੀ ਨਹੀਂ ਸਕਦੇ। ਉਹੀ ਤੇ ਇਹ ਇਸੇ ਕਰਕੇ ਤਾਂ ਅਸੀਂ ਮੰਗ ਰਹੇ ਹਾਂ ਵੀ ਇਹਦੇ ਵਿੱਚ ਇੱਕ ਬੰਦਾ ਇਨਵੋਲਵ ਨਹੀਂ, ਪੂਰਾ ਜਿਹੜੀ ਹਾਇਰਾਰਕੀ ਆਫ ਆਫੀਸਰ ਇਜ਼ ਇਨਵੋਲਵਡ ਇਨ ਦੀ ਪ੍ਰਾਈਮ ਲੈਂਡ, ਕਿਉਂਕਿ ਪ੍ਰਾਈਮ ਲੈਂਡ ਹੈ, ਰੇਟ ਬਹੁਤ ਜ਼ਿਆਦਾ ਹੈ, ਔਰ ਉੱਥੇ ਕਿੰਨੀ ਕੁ ਠੱਗੀ ਆ ਬਾਗੀ ਦੇ ਵਿੱਚ? ਇਹ ਤਾਂ ਤੁਸੀਂ ਕਰੋੜਾਂ ਅਰਬਾਂ ਜੇ ਮੈਂ ਕਹੂੰਗਾ ਤਾਂ ਘੱਟ ਹੈ। ਇਹ ਵੱਡਾ ਪ੍ਰੋਜੈਕਟ ਹੈ, ਇਹਦੇ ਵਿੱਚ ਤਾਂ ਕੀ ਆਪਾਂ ਆਪਣੇ ਸੋਚਣੀ ਸਮਝਣੀ ਤੋਂ ਬਾਹਰ ਦੀਆਂ ਗੱਲਾਂ ਨੇ।
ਕੀ ਲਾਸਟ ਕਮੈਂਟ ਹੈ, ਕੀ ਐਕਸ਼ਨ ਚਾਹੁੰਦੇ ਹੋ, ਕੀ ਹੋਣਾ ਚਾਹੀਦਾ, ਲੋਕਾਂ ਨੂੰ ਕਿਵੇਂ ਸੁਚੇਤ ਹੋਣਾ ਚਾਹੀਦਾ? ਦੇਖੋ, ਲੋਕਾਂ ਨੂੰ ਮੈਂ ਇਹ ਜ਼ਰੂਰ ਦੱਸਣਾ ਚਾਹੁੰਦਾ ਵੀ ਅਵੇਅਰ ਹੋਣਾ ਬਹੁਤ ਜ਼ਰੂਰੀ ਹੈ। ਯੂਜੂਅਲੀ ਬੰਦੇ ਮੈਂ ਜਿਹੜੀਆਂ 3 ਚੀਜ਼ਾਂ ਦੇਖੀਆਂ ਉਹ ਤਾਂ ਲਈ ਬੈਠੇ ਨੇ, ਇਹ ਸਾਰਾ ਕੁਝ ਆਹੀ ਕੁਝ ਦੇਖਦੇ ਨੇ, ਰੇਰਾ ਨੰਬਰ ਦੇਖਦੇ ਨੇ। ਬਟ ਇੱਕ ਰੇਰਾ ਦੀ ਸਾਈਡ ਦੇ ਉੱਤੇ ਜ਼ਰੂਰ ਜਾ ਕੇ ਲੋਕ ਚੈੱਕ ਕਰਨ, ਜਿਹਨੇ ਪਲਾਟ ਲੈਣਾ ਉਹਦੇ ਵਿੱਚ ਜਿਹੜਾ ਬਿਲਡਰ ਹੈ, ਜਿਵੇਂ ਹੁਣ ਇਹਦੇ ਵਿੱਚ ਸੀਗਾ, ਇਹਨੂੰ ਜਿਹੜਾ ਲਾਇਸੈਂਸ ਦਿੱਤਾ ਨਾ ਚੀਫ ਐਡਮਿਨਿਸਟ੍ਰੇਟਰ ਨੇ, ਉਹਦੇ 'ਚ ਉਹਨੇ ਕੈਟਾਗਰੀਕਲੀ ਪ੍ਰੋਵਾਈਡ ਕੀਤਾ ਸੀ ਵੀ ਜਿਹੜੀ ਜ਼ਮੀਨ CLU ਕਰਵਾਉਣ ਵਾਸਤੇ ਤੂੰ ਕੰਸੈਂਟ ਲੈਟਰ ਲਏ ਨੇ, ਉਹ ਜਿਹੜੀ 75% ਲੈਂਡ ਹੈ ਉਹਦੀ ਸੇਲ ਤੂੰ ਆਪਣੇ ਨਾਮ ਤੇ ਕਰਾਣੀ ਹੈ। ਜਿਵੇਂ ਆਪਣੇ ਲੈਂਡ ਓਨਰਸ ਤੋਂ 25% ਪਹਿਲੇ ਸਾਲ, 25% ਦੂਜੇ ਸਾਲ, 25% ਤੀਜੇ ਸਾਲ, ਜਿੰਨੀ ਦੇਰ ਤੱਕ ਟੋਟਲ ਇਹ ਕਲੋਨੀ ਦੀ ਮਾਲਕੀਅਤ ਇਹ ਬਿਲਡਰ ਜਾਂ ਇਹ ਡਿਵੈਲਪਰ ਜਾਂ ਕੋਆਪਰੇਟਿਵ ਸੁਸਾਇਟੀ ਦੇ ਨਾਮ ਤੇ ਨਾ ਹੁੰਦੀ, ਉਨੀ ਦੇਰ ਤੱਕ ਇਹ ਨਾ ਵਿਕ ਸਕਦਾ ਸੀ, ਨਾ ਇਹਦੇ ਤੇ ਕੋਈ ਕੰਮ ਚੱਲ ਸਕਦਾ ਸੀ। ਹੁਣ ਤੁਸੀਂ ਉੱਥੇ ਦੇਖ ਸਕਦੇ ਹੋ ਵੀ ਕਿੱਦਾਂ ਵਿਕ ਗਏ, ਕਿੱਦਾਂ ਹੋ ਗਏ। ਪਿੱਛੇ ਅੱਧੇ ਪ੍ਰੋਜੈਕਟ ਤੇ ਜਿਹੜਾ ਸਾਡੇ ਪੋਜੈਸ਼ਨ ਔਰ ਓਨਰਸ਼ਿਪ ਦੇ ਅੰਡਰ ਹੈ, ਉੱਥੇ ਖੇਤੀ ਹੋ ਰਹੀ ਹੈ। ਕਿਸਾਨਾਂ ਨਾਲ ਕਹਾਣੀ ਇਹ ਤਾਂ ਕਿਸਾਨਾਂ ਨਾਲ ਵੀ, ਇਨੋਸੈਂਟ ਜਿਹੜੇ ਲੋਕਾਂ ਨੇ ਇਨਵੈਸਟ ਕਰਦਾ ਉਹਨਾਂ ਦਾ ਵੀ ਕਹਾਣਾ, ਦੋਹੇ ਜਿਹੜੇ ਨੇ ਇਹ ਪਹਿਲੂ ਦੇਖਣੇ ਪੈਣਗੇ ਇਸ ਆਸਪੈਕਟ ਦੇ ਵਿੱਚ। ਐਂਡ ਉਮੀਦ ਕਰਦੇ ਹਾਂ ਕਿ ਹਾਂ ਕੋਈ ਇਹਦਾ ਫਰੂਟਫੁਲ ਰਿਜ਼ਲਟ ਜਿਹੜਾ ਬਹੁਤ ਆਉਣ ਵਾਲੇ ਟਾਈਮ ਦੇ ਵਿੱਚ ਦੇਖਣ ਲਈ ਮਿਲੇਗਾ। ਠੀਕ ਹੈ, ਬਹੁਤ ਮਿਹਰਬਾਨੀ। ਸੋ ਐਡਵੋਕੇਟ ਚਰਨਪਾਲ ਸਿੰਘ ਬਾਗੜੀ ਨੇ, ਹਾਲਾਂਕਿ ਜੇ ਦੇਖਿਆ ਜਾਵੇ ਤਾਂ ਦੇਖ ਸਕਦੇ ਹੋ ਕਿ ਜਿਹੜੇ ਬਿਲਡਰਸ ਨੇ ਉਹ ਕਿਸ ਤਰ੍ਹਾਂ ਕਰੋੜਾਂ ਰੁਪਇਆ ਜਿਹੜਾ ਇਹ ਉਹ ਅਫਸਰਾਂ ਦੀ ਮਿਲੀ ਭੁਗਤ ਨਾਲ ਕਮਾਇਆ ਜਾਂਦਾ ਹੈ। ਇਨੋਸੈਂਟ ਲੋਕ ਜਿਹੜੇ ਆ ਕੇ ਪਲਾਟ ਖਰੀਦਦੇ ਨੇ, ਸਾਰੀ ਉਮਰ ਦੀ ਕਮਾਈ ਹੈ ਜਿਹੜੀ ਉਹ ਆਪਣੀ ਇਨਵੈਸਟ ਕਰਦੇ ਨੇ, ਔਰ ਉਹ ਇਨੋਸੈਂਟ ਲੋਕ ਜਿਨ੍ਹਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਹਨਾਂ ਦੇ CLU ਸਾਈਨ ਹੋ ਚੁੱਕੇ ਨੇ। ਸੋ ਵੱਡਾ ਫਰਾਡ ਚਰਨਪਾਲ ਸਿੰਘ ਬਾਗੜੀ ਦੱਸ ਰਹੇ ਨੇ ਕਿ ਮੇਰੀ ਸੋਚ ਤੋਂ ਪਰੇ ਹੈ ਕਿ ਕਿੰਨੀ ਅਮਾਊਂਟ ਦਾ ਫਰਾਡ ਹੋ ਸਕਦਾ ਹੈ। ਬਹੁਤ ਮਹਿੰਗੀ ਜ਼ਮੀਨ ਹੈ, 에ਅਰਪੋਰਟ ਰੋਡ ਦੀ ਜ਼ਮੀਨ ਹੈ। ਸੋ ਵੱਡੇ ਬਿਲਡਰਸ ਨੇ, ਕਿਸ ਤਰ੍ਹਾਂ ਸਰਕਾਰਾਂ ਜਿਹੜੀਆਂ ਅੱਖ ਮੂੰਦ ਕੇ ਬੈਠੀਆਂ ਨੇ, ਕਿਸ ਤਰ੍ਹਾਂ ਅਫਸਰ ਅੱਖ ਮੂੰਦ ਕੇ ਬੈਠੇ ਨੇ, ਹੁਣ ਤੁਹਾਡੇ ਸਾਹਮਣੇ ਹੈ। ਪਰ ਹੁਣ ਜਿਹੜਾ ਮਾਮਲਾ ਹੈ ਉਹ ਮਾਨਯੋਗ ਹਾਈ ਕੋਰਟ ਪਹੁੰਚ ਚੁੱਕਿਆ। ਹੁਣ ਦੇਖਣਯੋਗ ਹੋਊਗਾ ਕਿ ਕਿਸ ਨੂੰ ਤੇ ਕਦੋਂ ਇਨਸਾਫ ਮਿਲਦਾ ਹੈ। ਕੈਮਰਾਮੈਨ ਰੋਸ਼ਨ ਦੇ ਨਾਲ ਗਗਨ ਸ਼ੁਕਲਾ।